ਸੋ ਆਓ ਅਸੀਂ 28ਵੇਂ ਭਾਵ ਦੇ ਵਿੱਚ ਪਹੁੰਚ ਚੁੱਕੇ ਹਾਂ। ਔਰ ਅਸੀਂ ਉਹਦੀ 31 ਆਇਤ ਤੋਂ 43 ਆਇਤ ਤੱਕ ਦੇਖਾਂਗੇ, ਜਿਸ ਨੂੰ ਮਿਲ ਜਾਏ। मैं पढ़ने मास्टर जी। हाँ जी। 120 पेज। प्रोतां दे कुछ होर कपड़े। एफोद दा सारा चोगा नीले रंग दा बनिया होवे। उस चोगे दे उपरले पासे सिर लंघाउण लई इक राह होवे, जिस दे कंडे कड्डे होए कम नाल लेड़े होण, तां जो पाटे ना। उस दे पल्ले दे घेरे ते नीले, बैंगनी अते गुलानारी रंग दे अनार वर्गे फुੱਲ बने होण ਅਤੇ ਉਸ ਦੇ ਚਾਰੇ ਪਾਸੇ ਛੋਟੀਆਂ ਟੱਲੀਆਂ ਦੀਆਂ ਸ਼ਕਲਾਂ। ਪਹਿਲਾਂ ਇੱਕ ਸੋਨੇ ਦੀ ਟੱਲੀ, ਉਸ ਦੇ ਪਿੱਛੋਂ ਅਨਾਰ ਵਰਗਾ ਫੁੱਲ, ਫਿਰ ਸੋਨੇ ਦੀ ਟੱਲੀ ਤੇ ਫਿਰ ਫੁੱਲ। ਇਸ ਤਰ੍ਹਾਂ ਸਾਰੇ ਚੋਗੇ ਦੇ ਘੇਰੇ ਤੇ ਇਹ ਲੱਗੇ ਹੋਣ। ਸੋ ਇਹ ਚੋਗਾ ਹਰੂਨ ਪਵਿੱਤਰ ਥਾਂ ਦੇ ਅੰਦਰ ਜਾਣ ਲੱਗਿਆ ਤੇ ਬਾਹਰ ਆਉਣ ਲੱਗਿਆ ਪਾਵੇ, ਤਾਂ ਜੋ ਟੱਲੀਆਂ ਅਤੇ ਫੁੱਲਾਂ ਦੀ ਆਵਾਜ਼ ਆਵੇ। ਫਿਰ ਤੂੰ ਸ਼ੁੱਧ ਸੋਨੇ ਦਾ ਇੱਕ ਤਾਜ ਬਣਾ ਕੇ ਉਸ ਦੇ ਵਿਚਕਾਰ ਇਹ ਉੱਕਰ ਦੇਵੀਂ, ਪ੍ਰਭੂ ਲਈ ਪਵਿੱਤਰ ਭੇਟਾਂ। ਇਸ ਨੂੰ ਤੂੰ ਨੀਲੀ ਡੋਰੀ ਨਾਲ ਪੱਗ ਦੇ ਅਗਲੇ ਹਿੱਸੇ ਤੇ ਬੰਨ੍ਹ ਦੇਵੀਂ। ਇਹ ਹਮੇਸ਼ਾ ਹਰੂਨ ਦੇ ਮੱਥੇ ਤੇ ਰੱਖਿਆ ਜਾਵੇ, ਤਾਂ ਜੋ ਮੈਂ ਇਜ਼ਰਾਈਲੀ ਲੋਕਾਂ ਦੀਆਂ ਸਭ ਭੇਟਾਂ ਸਵੀਕਾਰ ਕਰਾਂ, ਬੇਸ਼ੱਕ ਉਹ ਭੇਟ ਕਰਦਿਆਂ ਸਮੇਂ ਕੋਈ ਗਲਤੀ ਵੀ ਕਿਉਂ ਨਾ ਕਰ ਦੇਣ। ਤੂੰ ਹਰੂਨ ਦਾ ਕੁੜਤਾ ਮਹੀਨ ਕੱਤੇ ਹੋਏ ਕੱਪੜੇ ਦਾ ਬਣਾਈ, ਉਸਦੀ ਹੀ ਪਗੜੀ ਅਤੇ ਉਸਦੀ ਪੇਟੀ ਕੱਢੇ ਹੋਏ ਕੰਮ ਦੀ ਬਣੀ ਹੋਵੇ। ਤੂੰ ਹਰੂਨ ਦੇ ਪੁੱਤਰਾਂ ਲਈ ਵੀ ਗੋਰ ਵਿਸ਼ਾਲੀ ਅਤੇ ਸੁੰਦਰ ਕੱਪੜੇ, ਕੁੜਤੇ, ਪੇਟੀਆਂ, ਟੋਪੀਆਂ ਆਦਿ ਬਣਾਈ। ਫਿਰ ਤੂੰ ਇਹ ਕੱਪੜੇ ਹਰੂਨ ਅਤੇ ਉਸਦੇ ਪੁੱਤਰ ਨੂੰ ਪਵਾ ਕੇ ਉਹਨਾਂ ਨੂੰ ਮੇਰੇ ਸਾਹਮਣੇ ਅਰਪਿਤ ਕਰਕੇ ਉਹਨਾਂ ਨੂੰ ਮੇਰੀ ਪੁਰੋਹਿਤਾਈ ਦੀ ਸੇਵਾ ਲਈ ਅਭਿਸ਼ੇਕ ਕਰੀ। ਤੂੰ ਇਹਨਾਂ ਸਭ ਦੇ ਲਈ ਉਹਨਾਂ ਦੀਆਂ ਲੱਤਾਂ ਦੇ ਨੰਗੇ ਹਿੱਸਿਆਂ ਨੂੰ ਲੱਕ ਤੋਂ ਪੱਟਾਂ ਤੱਕ ਕੱਤੇ ਹੋਏ ਕੱਪੜੇ ਦੇ ਵੱਖਰੇ ਕੱਪੜੇ ਬਣਾਈ। ਹਰੂਨ ਅਤੇ ਉਸਦੇ ਪੁੱਤਰ ਹਮੇਸ਼ਾ ਜਦੋਂ ਉਹ ਸੰਗਤ ਦੇ ਤੰਬੂ ਅੰਦਰ ਬੇਦੀ ਦੇ ਨੇੜੇ ਸੇਵਾ ਲਈ ਆਉਣ, ਉਹ ਕੱਪੜੇ ਪਾਈ ਰੱਖਣ। ਇਹ ਨਾ ਕਰਨ ਤੇ ਉਹ ਅਪਰਾਧੀ ਠਹਿਰਨਗੇ ਅਤੇ ਮਰ ਸਕਦੇ ਹਨ। ਇਸ ਵਿਧੀ ਦੀ ਪਾਲਣਾ ਉਹ ਅਤੇ ਉਹਨਾਂ ਦੀ ਅਗਲੀ ਸੰਤਾਨ ਸਦਾ ਤੱਕ ਕਰਦੀ ਰਹੇਗੀ। ਆਮੀਨ। ਹੁਣ ਅਸੀਂ ਦੇਖਦੇ ਪਏ ਹਾਂ ਕਿ ਪ੍ਰਭੂ ਨੇ ਕਿਸ ਤਰ੍ਹਾਂ ਉਸਨੇ ਸਭ ਤੋਂ ਪਹਿਲਾਂ ਜਿਹੜਾ ਉੱਥੇ ਤੰਬੂ ਬਣਾਇਆ ਗਿਆ, ਜਿਹਦੀਆਂ ਕੁਛ ਇੱਕ ਅਸੀਂ ਫੋਟੋਆਂ ਵੀ ਦੇਖੀਆਂ, ਥੋੜਾ ਜਿਹਾ ਬਣਿਆ ਵੀ ਦੇਖਿਆ, ਲੇਕਿਨ ਉਹਦੀ ਜਿਹੜੀ ਸਾਊਂਡ ਗੁੱਡ ਨਹੀਂ ਸੀਗੀ। ਸੋ ਆਈ ਵਿਲ ਫਾਈਂਡ ਸਮਥਿੰਗ ਟੁਮਾਰੋ ਜਿਹੜੀ ਬਿਹਤਰ ਸਾਊਂਡ ਹੋਵੇ। ਅਸੀਂ ਦੇਖਿਆ ਕਿ ਕਿੱਦਾਂ ਉਹ ਚੀਜ਼ਾਂ ਪ੍ਰਭੂ ਨੇ ਬਣਾਈਆਂ। ਆਈ ਮੀਨ ਦੂਰੋਂ ਹੀ ਦੇਖਣ ਵਾਲਾ ਇਹ ਕਹਿ ਸਕਦਾ ਕਿ ਇਹ ਕੋਈ ਸਪੈਸ਼ਲ ਕੌਮ, ਇਹ ਕੋਈ ਵੱਡੀ ਕੌਮ ਜਿਨ੍ਹਾਂ ਦਾ ਉਹ ਇੱਕ ਤੰਬੂ ਗੱਬੇ ਲੱਗਾ ਆ, ਔਰ ਆਲੇ ਦੁਆਲੇ ਅਸੀਂ ਗਾਂਹ ਜਾ ਕੇ ਦੇਖਣਾ ਕਿ ਆਲੇ ਦੁਆਲੇ ਉਹਨਾਂ ਦੇ ਕਬੀਲੇ ਬਿਲਕੁਲ ਉਸ ਤਰੀਕੇ ਦੇ ਨਾਲ ਬੈਠੇ ਆ ਜਿਸ ਤਰੀਕੇ ਦੇ ਨਾਲ ਪ੍ਰਭੂ ਨੇ ਉਹਨਾਂ ਨੂੰ ਕਿਹਾ। ਉਸੇ ਤਰੀਕੇ ਦੇ ਨਾਲ ਉਹ ਜਿੱਥੇ ਜਾਂਦੇ ਆ ਡੇਰੇ ਲਾਉਂਦੇ ਆ। ਇਹ ਨਹੀਂ ਕਿ ਜਿਹਦਾ ਜੀ ਚਾਹਿਆ ਜਿੱਥੇ ਉਹਨੇ ਡੇਰਾ ਲਾ ਲਿਆ। ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਇਹ ਸਾਰੀ ਕੌਮ ਇਸ ਵੇਲੇ ਕਦਮ ਬਾਈ ਕਦਮ ਉਸ ਧਰਤੀ ਵੱਲ ਨੂੰ ਵੱਧਦੀ ਪਈ ਆ ਜਿਹੜੀ ਧਰਤੀ ਪ੍ਰਭੂ ਨੇ ਇਹਨਾਂ ਨੂੰ ਦੇਣੀ ਆ। ਸੋ ਲੇਕਿਨ ਅਸੀਂ ਇੱਥੇ ਦੇਖ ਸਕਦੇ ਹਾਂ ਕਿ ਪ੍ਰਭੂ ਨੇ ਕਿੱਦਾਂ ਆਪਣੇ ਲੋਕਾਂ ਨੂੰ ਇੱਕ ਸੁੰਦਰਤਾ ਬਖਸ਼ੀ, ਪਵਿੱਤਰਤਾ ਉਹਨਾਂ ਨੂੰ ਦਿੱਤੀ। ਉਹ ਜਿਹੜਾ ਤੰਬੂ ਬਣਿਆ ਉਸਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਕਾਮਨ ਏਰੀਆ ਆ, ਫਿਰ ਉਸ ਤੰਬੂ ਦੇ ਵਿੱਚ ਇੱਕ ਏਰੀਆ ਜਿਸ ਨੂੰ ਪਵਿੱਤਰ ਕਿਹਾ ਜਾਂਦਾ, ਫਿਰ ਉਸ ਤੋਂ ਬਾਅਦ ਇੱਕ ਏਰੀਆ ਜਿਸ ਨੂੰ ਅਤ ਪਵਿੱਤਰ ਜਗ੍ਹਾ ਕਿਹਾ ਜਾਂਦਾ। ਸੋ ਪਵਿੱਤਰਤਾ ਦਾ, ਪ੍ਰਭੂ ਦੀ ਪਵਿੱਤਰਤਾ ਦਾ ਵੀ ਉਹ ਖਿਆਲ ਰੱਖਣ। ਲੇਕਿਨ ਉਸਦੇ ਨਾਲ ਪ੍ਰਭੂ ਨੇ ਇੱਕ ਉਹਨਾਂ ਨੂੰ ਬਰਕਤ ਵੀ ਦਿੱਤੀ ਆ ਕਿ ਉਸਨੇ ਕਿਹਾ ਕਿ ਹਾरून ਦੇ ਸਿਰ ਦੇ ਉੱਤੇ ਇੱਕ ਤੂੰ ਸੋਨੇ ਦੀ ਬਣਾ ਕੇ ਇੱਕ ਉਹਦੇ ਸਿਰ ਦੇ ਉੱਤੇ ਸ਼ੁੱਧ ਸੋਨੇ ਦਾ ਇੱਕ ਤਾਜ ਬਣਾ ਕੇ ਪਾਈ, ਔਰ ਉਸਦੇ ਉੱਤੇ ਇਹ ਲਿਖਿਆ ਹੋਵੇ ਕਿ ਪ੍ਰਭੂ ਦੇ ਲਈ ਪਵਿੱਤਰ ਭੇਂਟ, ਯਾਨੀ ਕਿ ਪ੍ਰਭੂ ਨੂੰ ਅਰਪਿਤ ਕੀਤੇ ਗਏ ਲੋਕ। ਸੋ ਭਾਵੇਂ ਫਿਰ ਉਹ ਗਲਤੀ ਵੀ ਕਰ ਦੇਣ, ਲੇਕਿਨ ਉਹ ਗਲਤੀ ਉਹਨਾਂ ਦੀ ਮਾਫ ਹੋ ਜਾਏਗੀ। ਸੋ ਕਿੰਨੀ ਵੱਡੀ ਦਇਆ,
स्वर्ग और धरती बनाने वाला परमेश्वर एक ने अपने लिए एक तंबू चुनिया, साधारण तंबू चुनिया, क्योंकि प्रभु के लिए तो साधारण चीज ही है ना। लेकिन वो सारी उपासना दी चीज़ां जिहड़ियां उन्हां नूं दित्तियां गईयां, उन्हां दे पिछे एक बहुत बड़ा मतलब बहुत बड़ियां चीज़ां जिहड़ियां उन्हां नूं दित्तियां गईयां, वो असीं जिसले गां जावांगे उत्थों देखांगे। हुण उन्हां नूं प्रभु ने हदायतां देणियां शुरू कीतियां अपने लोकां नूं कि हुण तूं इन्हां नूं अर्पित किस तरीके दे नाल करना। ਇਹ ਜਿਹੜੇ ਲੋਕ ਜਿਨ੍ਹਾਂ ਨੂੰ ਮੈਂ ਵੱਖਰਿਆਂ ਦੇ ਵਿੱਚੋਂ ਜਿਹੜੇ ਮੈਂ ਵੱਖਰੇ ਕੀਤੇ, ਸੋ ਪ੍ਰਭੂ ਦੀ ਕੌਮ ਆਲਰੇਡੀ ਵੱਖਰੀ ਕੀਤੀ ਹੈ ਬਾਕੀ ਦੀਆਂ ਸਾਰੀਆਂ ਕੌਮਾਂ ਤੋਂ, ਲੇਕਿਨ ਹੁਣ ਵੱਖਰਿਆਂ ਦੇ ਵਿੱਚੋਂ ਉਸਨੇ ਵੱਖਰੇ ਕੀਤੇ ਆ। ਸੋ ਇਹਨਾਂ ਨੂੰ ਹੁਣ ਤੂੰ ਅਰਪਿਤ ਕਿੱਦਾਂ ਕਰਨਾ ਮੇਰੀ ਹਜ਼ੂਰੀ ਦੇ ਵਿੱਚ। ਸੋ ਆਓ ਅਸੀਂ ਉਸ ਨੂੰ ਦੇਖੀਏ। 29ਵੇਂ ਭਾਵ ਦੇ ਵਿੱਚ ਅਸੀਂ ਆ ਗਏ ਹਾਂ ਔਰ ਇਸ ਦੀਆਂ ਆਓ ਅਸੀਂ ਪਹਿਲੀਆਂ 14 ਆਇਤਾਂ ਦੇਖੀਏ। यस मिल जाए। ठीक है, पढ़ लो मैं। ओके जी। हारून ਅਤੇ ਉਸਦੇ ਪੁੱਤਰਾਂ ਨੂੰ ਅਰਪਿਤ ਕਰਦੇ ਸਮੇਂ ਤੋਂ ਇੱਕ ਜਵਾਨ ਬੱਚਾ ਅਤੇ ਦੋ ਛਤਰੇ ਲਵੀਂ ਜੋ ਬਿਨਾਂ ਕਿਸੇ ਬਚਦੇ ਹੋਣ। ਫਿਰ ਤੂੰ ਚੰਗੇ ਤੋਂ ਚੰਗਾ ਮੈਦਾ ਲਵੀਂ ਜਿਸ ਦੀ ਤੂੰ ਬਿਨਾਂ ਖਮੀਰ ਦੇ ਰੋਟੀ, ਤੇਲ ਦੇ ਨਾਲ ਪਰੌਂਠੇ ਅਤੇ ਪੂੜੇ ਬਣਾਵੀਂ। ਤੂੰ ਇਹ ਸਭ ਚੀਜ਼ਾਂ ਇੱਕ ਟੋਕਰੀ ਵਿੱਚ ਪਾ ਕੇ ਬੱਚੇ ਅਤੇ ਛਤਰਿਆਂ ਨਾਲ ਮੇਰੇ ਕੋਲ ਅੰਦਰ ਲੈ ਆਵੀਂ। ਫਿਰ ਤੂੰ ਹਾरून ਅਤੇ ਉਸਦੇ ਪੁੱਤਰਾਂ ਨੂੰ ਤੰਬੂ ਦੇ ਬੂਹੇ ਕੋਲ ਲਿਆ ਕੇ ਚੰਗੀ ਤਰ੍ਹਾਂ ਨਾਲ ਨਹਾ ਕੇ ਸ਼ੁੱਧ ਕਰੀ। ਇਸ ਦੇ ਪਿੱਛੋਂ ਤੂੰ ਹਾरून ਨੂੰ ਪ੍ਰੋਹਤਾਈ ਦੇ ਵਾਲੇ ਕੱਪੜੇ ਪਵਾਈ, ਕੁੜਤਾ, ਏਫੋਦ ਦਾ ਚੋਗਾ, ਏਫੋਦ, ਛਾਤੀ ਦਾ ਪਟਕਾ ਅਤੇ ਲੱਕ ਦੁਆਲੇ ਦੀ ਪੇਟੀ। ਉਸ ਦੇ ਸਿਰ ਉੱਤੇ ਪਗੜੀ ਰੱਖ ਕੇ ਉਸ ਦੇ ਉੱਤੇ ਸੋਨੇ ਦਾ ਤਾਜ ਜਿਸ ਤੇ ਇਹ ਲਿਖਿਆ ਹੈ ਪ੍ਰਭੂ ਲਈ ਪਵਿੱਤਰ ਭੇਟ ਬੰਨ ਦੇਵੀਂ। ਫਿਰ ਤੂੰ ਅਭਿਸ਼ੇਕ ਕਰਨ ਵਾਲਾ ਤੇਲ ਲੈ ਕੇ ਉਸ ਦੇ ਸਿਰ ਤੇ ਤੇਲ ਡੋਲ ਕੇ ਉਸ ਦਾ ਅਭਿਸ਼ੇਕ ਕਰੀ। ਫਿਰ ਤੂੰ ਹਾरून ਦੇ ਪੁੱਤਰਾਂ ਨੂੰ ਉਹਨਾਂ ਦੇ ਪ੍ਰੋਹਤਾਈ ਵਾਲੇ ਕੱਪੜੇ ਪਵਾਈ, ਕੁੜਤੇ ਪਵਾਈ, ਉਹਨਾਂ ਦੇ ਸਿਰਾਂ ਤੇ ਸਾਫੇ ਬੰਨੀ ਅਤੇ ਲੱਕ ਦੁਆਲੇ ਪੇਟੀਆਂ। ਫਿਰ ਤੂੰ ਉਹਨਾਂ ਦਾ ਵੀ ਅਭਿਸ਼ੇਕ ਕਰੀ, ਉਹ ਮੇਰੀ ਪ੍ਰੋਹਤਾਈ ਦੀ ਸੇਵਾ ਪੀੜ੍ਹੀਓ ਪੀੜ੍ਹੀ ਕਰਨਗੇ। ਫਿਰ ਤੂੰ ਤੰਬੂ ਦੇ ਘੇਰੇ ਲਾਗੇ ਜਵਾਨ ਬੱਚੇ ਨੂੰ ਲਿਆਵੀਂ, ਤਦ ਹਾरून ਅਤੇ ਉਸਦੇ ਪੁੱਤਰ ਉਸਦੇ ਸਿਰ ਤੇ ਹੱਥ ਰੱਖਣ। ਫਿਰ ਤੂੰ ਉਸ ਬੱਚੇ ਨੂੰ ਪ੍ਰਭੂ ਦੇ ਸਾਹਮਣੇ ਤੰਬੂ ਦੇ ਬੂਹੇ ਕੋਲ ਕੱਟ ਸੁੱਟੀ। ਬੱਚੇ ਦੇ ਲਹੂ ਵਿੱਚ ਤੂੰ ਆਪਣੀਆਂ ਉਂਗਲੀਆਂ ਭਿਉਂ ਕੇ ਬੇਦੀ ਦੇ ਸਿੰਗਾਂ ਨੂੰ ਲਾਵੀਂ ਅਤੇ ਬਾਕੀ ਦਾ ਲਹੂ ਬੇਦੀ ਦੇ ਹੇਠ ਡੋਲ ਦੇਵੀਂ। ਫਿਰ ਤੂੰ ਆਂਦਰਾਂ ਉਤਲੀ ਸਾਰੀ ਚਰਬੀ, ਕਲੇਜੀ, ਉਹਦੀ ਝਿੱਲੀ ਅਤੇ ਗੁਰਦਿਆਂ ਨੂੰ ਉਹਨਾਂ ਉਤਲੀ ਚਰਬੀ ਸਮੇਤ ਬੇਦੀ ਉੱਤੇ ਸਾੜ ਦੇਵੀਂ। ਪਰ ਬੱਚੇ ਦਾ ਮਾਸ, ਚਾਮਾ ਤੇ ਗੋਹਾ ਤੂੰ ਤੰਬੂ ਦੇ ਬਾਹਰ ਸਾੜ ਦੇਵੀਂ ਜੋ ਪਾਪ ਦੀ ਬਲੀ ਹੋਵੇਗੀ। ਸੋ ਹੁਣ ਅਸੀਂ ਇੱਥੇ ਬਲੀਆਂ ਦਾ ਮਕਸਦ ਦੇਖਣਾ ਸ਼ੁਰੂ ਹੁਣ ਹੋਇਆ। ਪਹਿਲਾਂ ਜਿਸ ਵੇਲੇ ਵੀ ਉਹ ਬਲੀ ਦਿੰਦੇ ਸੀ, ਜਿਸ ਲਈ ਅਬਰਾਹਮ ਨੇ ਬਲੀ ਦਿੱਤੀ, ਨੇਮ ਦੇ ਸਮੇਂ ਉਸਨੇ ਬਲੀ ਦਿੱਤੀ, ਲੇਕਿਨ ਹੁਣ ਜਿੰਨੀਆਂ ਵੀ ਬਲੀਆਂ ਹੋਣੀਆਂ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੋਣਾ। ਸੋ ਅਸੀਂ ਜਿਹੜੀ ਇੱਥੇ ਬਲੀ ਦੇਖਦੇ ਪਏ ਹਾਂ ਕਿ ਸਭ ਤੋਂ ਪਹਿਲਾਂ ਜਿਹੜੇ ਕੱਪੜੇ ਉਸਨੇ ਦੱਸੇ ਸੀ ਕਿ ਬਣਵਾਏ, ਪ੍ਰਭੂ ਨੇ ਦੱਸੇ ਸੀ ਉਸਨੇ ਬਣਵਾਉਣੇ ਆ, ਉਹ ਸਭ ਕੁਛ ਕਰਨਾ ਉਹਦੇ ਬੇਟਿਆਂ ਵਾਸਤੇ, ਕਿਉਂਕਿ ਇੱਕੋ ਹੀ ਪਰਿਵਾਰ ਪ੍ਰੋਹਤਾਈ ਦੇ ਲਈ ਚੁਣਿਆ ਗਿਆ ਸੀ। 12 ਕਬੀਲਿਆਂ ਦੇ ਵਿੱਚੋਂ ਪ੍ਰਭੂ ਨੇ ਇੱਕ ਪਰਿਵਾਰ ਚੁਣਿਆ ਸੀ ਜਿਹਨੂੰ ਪ੍ਰੋਹਤਾਈ ਸੇਵਾ ਦਿੱਤੀ ਗਈ, ਔਰ ਉਹ ਸੀ ਲੇਵੀ ਦਾ ਖਾਨਦਾਨ। ਔਰ ਉਹਦੇ ਵਿੱਚੋਂ ਹੀ ਮੂਸਾ ਸੀ, ਉਹਦੇ ਵਿੱਚੋਂ ਹੀ ਹਾरून ਸੀ। ਔਰ ਹਾरून ਨੂੰ ਪ੍ਰਭੂ ਇਹ ਦੱਸਦਾ ਪਿਆ ਕਿ ਹੁਣ ਤੂੰ ਉਹਨਾਂ ਨੂੰ ਕਿਸ ਤਰ੍ਹਾਂ ਤਿਆਰ ਕਰਨਾ, ਕਿਸ ਤਰ੍ਹਾਂ ਸਾਰੀਆਂ ਚੀਜ਼ਾਂ ਪਾਉਣੀਆਂ, ਨਹਾ ਧੁਹਾ ਕੇ ਸਾਰਾ ਕੁਛ ਕਰਕੇ ਫਿਰ ਉਹਨਾਂ ਦੇ ਕੱਪੜੇ ਪਾਏ, ਔਰ ਫਿਰ ਤੂੰ ਇੱਕ ਜਵਾਨ ਬੱਚੇ ਦੀ ਬਲੀ ਦੇ, ਔਰ ਉਸਦਾ ਜਿਹੜਾ ਲਹੂ ਆ ਉਹ ਬੇਦੀ ਦੀਆਂ ਸਿੰਘਾਂ ਦੇ ਉੱਤੇ ਲਾਈ। ਕਹਿੰਦਾ ਕਿ ਮਤਲਬ ਕਿ ਹੁਣ ਉਹ ਅੰਦਰ ਜਾ ਰਹੇ ਆ, ਹੁਣ ਉਹਨਾਂ ਨੇ ਅਤ ਪਵਿੱਤਰ ਜਗ੍ਹਾ ਤੇ ਹਾरून ਨੇ ਜਾਣਾ, ਔਰ ਉਹਦੇ ਅੰਦਰ ਜਾਣ ਤੋਂ ਪਹਿਲਾਂ ਇਹ ਉਹਦੇ ਔਰ ਉਹਦੇ ਪੁੱਤਰਾਂ ਦੇ ਪਾਪਾਂ ਦੀ ਬਲੀ ਆ। ਉਹਨਾਂ ਦੇ ਜਿਹੜੇ ਪਾਪ ਆ ਉਹਨਾਂ ਦੀ ਇਹ ਬਲੀ ਆ। ਲੇਕਿਨ ਇਹ ਹਰ ਸਾਲ ਉਹਨਾਂ ਨੂੰ ਚੜਾਉਣੀ ਪੈਂਦੀ ਸੀ। ਪਰ ਜਿਸ ਲਈ ਮਸੀਹ ਨੇ ਆਪਣੀ ਬਲੀ ਸਾਡੇ ਲਈ ਦਿੱਤੀ ਆ ਤੇ ਅਸੀਂ ਉਸ ਅਤ ਪਵਿੱਤਰ ਜਗ੍ਹਾ ਦੇ ਕੋਲ ਜਾ ਸਕਦੇ ਹਾਂ, ਕਿਉਂਕਿ ਉਹ ਬਾਰ-ਬਾਰ ਨਹੀਂ ਚੜਾਉਣੀ ਪੈਂਦੀ।
ਸੋ ਪ੍ਰਭੂ ਨੇ ਉਸ ਨੂੰ ਬਿਲਕੁਲ ਵਿਧੀ ਦੱਸੀ ਕਿ ਤੂੰ ਇਹ ਬਲੀ ਕਿੱਥੇ ਚੜਾਉਣੀ ਆ, ਕਿੱਦਾਂ ਚੜਾਉਣੀ ਆ, ਕਿਹੜੀਆਂ ਚੀਜ਼ਾਂ ਜਿਹੜੀਆਂ ਅੰਦਰ ਵੇਦੀ ਦੇ ਉੱਤੇ ਸਾੜੀਆਂ ਜਾਣੀਆਂ, ਔਰ ਕਿਹੜੀਆਂ ਚੀਜ਼ਾਂ ਆ ਜਿਹੜੀਆਂ ਤੂੰ ਬਾਹਰ ਸਾੜਨੀਆਂ। ਸੋ ਇਹਨਾਂ ਚੀਜ਼ਾਂ ਦੇ ਵੱਲ ਬੜਾ ਧਿਆਨ ਰੱਖਿਓ, ਕਿਉਂਕਿ ਇਹਨਾਂ ਦੋ ਚੀਜ਼ਾਂ ਨੂੰ ਅਸੀਂ ਬਾਰ-ਬਾਰ ਦੇਖਣਾ, ਔਰ ਫਿਰ ਅਸੀਂ ਦੇਖਣਾ ਕਿ ਕਿਉਂ ਪ੍ਰਭੂ ਯਿਸੂ ਮਸੀਹ ਨੂੰ ਸ਼ਹਿਰ ਦੇ ਬਾਹਰ ਜਾ ਕੇ ਸਲੀਬੀ ਮੌਤ ਦਿੱਤੀ ਗਈ ਸੀ। ਇਹ ਸਭ ਦਾ ਪਾਪ ਉਸਨੇ ਆਪਣੇ ਉੱਤੇ ਲੱਦ ਕੇ ਉਹ ਸ਼ਹਿਰ ਦੇ ਬਾਹਰ ਗਿਆ, ਔਰ ਪਾਪ ਦੀ ਉਸਨੇ ਭਰੀ ਦਿੱਤੀ। ਔਰ ਇਹ ਕੀ ਆ, ਕਹਿੰਦਾ ਉਸਦਾ ਬੱਚੇ ਦਾ ਮਾਸ, ਚੰਮ ਤੇ ਗੋਹਾ ਤੰਬੂ ਦੇ ਬਾਹਰ ਸਾੜੀ। ਇਹ ਪਾਪ ਦੀ ਬਲੀ ਹੋਵੇਗੀ। ਸੋ ਕਿਉਂਕਿ ਗਾਂ ਜਾ ਕੇ ਲੇਵੀਆਂ ਦੀ ਪੋਥੀ ਦੇ ਵਿੱਚ ਅਸੀਂ ਹੋਰ ਸਾਰੀਆਂ ਚੀਜ਼ਾਂ ਖੋਲ ਕੇ ਦੇਖਣੀਆਂ, ਕਿਉਂਕਿ ਇਹਨਾਂ ਚੀਜ਼ਾਂ ਨੂੰ ਖੋਲ ਕੇ ਸਮਝਾਇਆ ਜਾਣਾ। ਸੋ ਲੈਟਸ ਕੀਪ ਗੋਇੰਗ। ਸੋ ਅਸੀਂ 15 ਤੋਂ ਆਓ 15 ਤੋਂ ਲੈ ਕੇ ਅਸੀਂ ਕਿਉਂਕਿ ਹੁਣ ਉਸਨੇ ਵਿਧੀਆਂ ਹੀ ਦੱਸਣੀਆਂ। ਸੋ 15 ਤੋਂ ਲੈ ਕੇ ਅਸੀਂ 35 ਤੱਕ ਦੇਖਾਂਗੇ, 37 ਤੱਕ। ਸੋਰੀ, ਜਿਸ ਨੂੰ ਮਿਲ ਵਚਨ ਪੜਿਆ ਕਰੋ, ਤਿਆਰ ਰਿਹਾ ਕਰੋ ਪੜਨ ਦੀ। ਹਾਂਜੀ, ਫਿਰ ਤੂੰ ਇੱਕ ਛਤਰਾ ਲਵੀਂ, ਜਿਸ ਦੇ ਸਿਰ ਤੇ ਹਰੂਨ ਅਤੇ ਉਸਦੇ ਪੁੱਤਰ ਹੱਥ ਰੱਖਣ। ਤਾਂ ਤੂੰ ਉਸ ਛਤਰੇ ਨੂੰ ਕੱਟ ਕੇ ਉਸਦਾ ਲਹੂ ਬੇਦੀ ਦੇ ਚੌਹੀਂ ਪਾਸੇ ਛਿੜਕ ਦੇਵੀਂ। ਇਸ ਦੇ ਪਿੱਛੋਂ ਛਤਰੇ ਦੇ ਟੋਟੇ ਕਰੀ ਅਤੇ ਉਸ ਦੀਆਂ ਆਂਦਰਾਂ ਤੇ ਲੱਤਾਂ ਸਾਫ਼ ਕਰਕੇ ਉਸਦੇ ਸਿਰ ਅਤੇ ਬਾਕੀ ਦੇ ਟੋਟਿਆਂ ਉੱਤੇ ਰੱਖੀ। ਇਹ ਕਰਕੇ ਤੂੰ ਉਸ ਨੂੰ ਪੂਰਾ ਵੇਦੀ ਤੇ ਸਾੜ ਦੇਵੀਂ, ਜੋ ਮੇਰੇ ਲਈ ਹੋਮ ਬਲੀ ਠਹਿਰੇਗੀ। ਇਸ ਦੀ ਸੁਗੰਧ ਮੈਨੂੰ ਚੰਗੀ ਲੱਗਦੀ ਹੈ। ਫਿਰ ਤੂੰ ਦੂਜਾ ਛਤਰਾ ਲਵੀਂ ਤੇ ਉਸ ਦੇ ਸਿਰ ਤੇ ਵੀ ਹਰੂਨ ਅਤੇ ਉਸਦੇ ਪੁੱਤਰਾਂ ਦੇ ਹੱਥ ਰਖਾਵੀਂ। ਤੂੰ ਇਸ ਛਤਰੇ ਨੂੰ ਕੱਟੀ ਅਤੇ ਉਸ ਦਾ ਕੁਝ ਲਹੂ ਲੈ ਕੇ ਹਰੂਨ ਅਤੇ ਉਸਦੇ ਪੁੱਤਰਾਂ ਦੇ ਕੰਨਾਂ ਦੀਆਂ ਪੇਪੜੀਆਂ ਉੱਤੇ ਲਾਵੀਂ। ਇਸੇ ਕਾਰਨ ਉਹਨਾਂ ਦੇ ਸੱਜੇ ਹੱਥਾਂ ਅਤੇ ਪੈਰਾਂ ਦੇ ਅੰਗੂਠਿਆਂ ਉੱਤੇ ਵੀ ਉਸ ਲਹੂ ਵਿੱਚੋਂ ਲਾਵੀਂ। ਬਾਕੀ ਬਚਿਆ ਲਹੂ ਤੂੰ ਵੇਦੀ ਦੇ ਚਾਰੇ ਪਾਸੇ ਡੋਲ ਦੇਵੀਂ। ਫਿਰ ਤੂੰ ਵੇਦੀ ਦੇ ਉਤਲੇ ਲਹੂ ਅਤੇ ਤੇਲ ਵਿੱਚੋਂ ਕੁਝ ਲੈ ਕੇ ਹਰੂਨ ਅਤੇ ਉਸਦੇ ਪੁੱਤਰਾਂ ਦੇ ਕੱਪੜਿਆਂ ਉੱਤੇ ਛਿੜਕੀ। ਇਸ ਤਰ੍ਹਾਂ ਉਹ ਅਤੇ ਉਹਨਾਂ ਦੇ ਕੱਪੜੇ ਮੇਰੇ ਲਈ ਪਵਿੱਤਰ ਹੋਣਗੇ। ਇਹ ਛਤਰਾ ਥਾਪਨਾ ਦੀ ਬਲੀ ਦਾ ਹੈ। ਇਸ ਲਈ ਤੂੰ ਉਸ ਛਤਰੇ ਦੀ ਚਰਬੀ, ਉਸ ਦੇ ਪਿਛਲੇ ਭਾਗ ਦੀ ਚਰਬੀ ਅਤੇ ਆਂਦਰਾਂ ਦੀ ਉਤਲੀ ਚਰਬੀ ਸਮੇਤ ਉਸ ਦਾ ਸੱਜਾ ਪੱਟ ਲਵੀਂ। ਫਿਰ ਤੂੰ ਪ੍ਰਭੂ ਦੇ ਸਾਹਮਣੇ ਉਹ ਖਮੀਰੀ ਰੋਟੀ ਦੀ ਟੋਕਰੀ ਵਿੱਚੋਂ ਇੱਕ ਰੋਟੀ, ਇੱਕ ਪਰੌਂਠਾ ਤੇ ਇੱਕ ਪੂੜਾ ਵੀ ਲਵੀਂ। ਇਹਨਾਂ ਸਭ ਨੂੰ ਤੂੰ ਹਰੂਨ ਅਤੇ ਉਸਦੇ ਪੁੱਤਰਾਂ ਦੀਆਂ ਹਥੇਲੀਆਂ ਉੱਤੇ ਰੱਖੀ ਅਤੇ ਉਹਨਾਂ ਨੂੰ ਕਹੀ ਕਿ ਉਹ ਇਹਨਾਂ ਚੀਜ਼ਾਂ ਨੂੰ ਪ੍ਰਭੂ ਦੇ ਸਾਹਮਣੇ ਹਿਲਾਉਣ, ਜੋ ਮੇਰੇ ਲਈ ਇੱਕ ਹਿਲਾਉਣ ਦੀ ਭੇਟ ਠਹਿਰੇਗੀ। ਫਿਰ ਤੂੰ ਉਹਨਾਂ ਸਭ ਚੀਜ਼ਾਂ ਨੂੰ ਲੈ ਕੇ ਬੇਦੀ ਤੇ ਹੋਮ ਬਲੀ ਉੱਤੇ ਸਾੜ ਦੇਵੀਂ। ਮੈਨੂੰ ਇਹਨਾਂ ਦੀ ਸੁਗੰਧ ਪਸੰਦ ਹੈ। ਇਹ ਮੇਰੇ ਸਾਹਮਣੇ ਅਨਾਜ ਭੇਟ ਠਹਿਰੇਗੀ। ਫਿਰ ਤੂੰ ਇਸ ਛਤਰੇ ਦੀ ਛਾਤੀ ਲੈ ਕੇ ਉਸ ਨੂੰ ਮੇਰੇ ਸਾਹਮਣੇ ਹਿਲਾਵੀਂ, ਜੋ ਤੇਰਾ ਹਿੱਸਾ ਠਹਿਰੇਗਾ। ਇਸ ਛਤਰੇ ਦੀ ਛਾਤੀ ਅਤੇ ਪੱਟ, ਜੋ ਮੇਰੇ ਸਾਹਮਣੇ ਹਿਲਾਉਣ ਦੀ ਭੇਟ ਹੋਵੇਗੀ, ਹਮੇਸ਼ਾ ਪ੍ਰੋਹਤ ਦਾ ਹਿੱਸਾ ਹੋਵੇਗਾ। ਸੋ ਇਹ ਹਮੇਸ਼ਾ ਦੇ ਲਈ ਹਰੂਨ ਅਤੇ ਉਸਦੇ ਪੁੱਤਰਾਂ ਦਾ ਹਿੱਸਾ ਲੋਕਾਂ ਦੀ ਸੁਖ ਸਾਨ ਦੀ ਭੇਟ ਵਿੱਚੋਂ ਹੋਵੇਗਾ, ਜੋ ਅਸਲ ਵਿੱਚ ਮੇਰੇ ਸਾਹਮਣੇ ਹੀ ਭੇਟ ਠਹਿਰੇਗੀ। ਹਰੂਨ ਦੇ ਪੁਰੋਹਿਤਾਈ ਵਾਲੇ ਕੱਪੜੇ ਉਸ ਦੀ ਮੋਹਰ ਦੇ ਪਿੱਛੋਂ ਉਸਦੇ ਪੁੱਤਰਾਂ ਨੂੰ ਦਿੱਤੇ ਜਾਣ। ਉਸਦੇ ਪੁੱਤਰਾਂ ਦਾ ਅਭਿਸ਼ੇਕ ਇਹਨਾਂ ਹੀ ਕੱਪੜਿਆਂ ਵਿੱਚ ਕੀਤਾ ਜਾਵੇ। ਸੋ ਹਰੂਨ ਦਾ ਪੁੱਤਰ ਜੋ ਉਸ ਦੇ ਪਿੱਛੋਂ ਤੰਬੂ ਵਿੱਚ ਪਵਿੱਤਰ ਥਾਂ ਤੇ ਮੇਰੀ ਸੇਵਾ ਲਈ ਆਵੇ, ਉਹ ਇਹੋ ਜਿਹੇ ਕੱਪੜੇ ਪਹਿਨ ਕੇ ਮੇਰੇ ਸਾਹਮਣੇ ਆਵੇ। ਤੂੰ ਥਾਪਨਾ ਦੀ ਬਲੀ ਵਾਲੇ ਛਤਰੇ ਦਾ ਮਾਸ ਲੈ ਕੇ ਪਵਿੱਤਰ ਥਾਂ ਦੇ ਵਿੱਚ ਉਸ ਨੂੰ ਉਬਾਲੀ। ਤਦ ਹਰੂਨ ਅਤੇ ਉਸਦੇ ਪੁੱਤਰ ਉਸ ਮਾਸ ਦੇ ਨਾਲ ਅਖਮੀਰੀ ਰੋਟੀ ਦੀ ਟੋਕਰੀ ਵਿੱਚੋਂ ਰੋਟੀ ਲੈ ਕੇ ਤੰਬੂ ਦੇ ਬੂਹੇ ਕੋਲ ਬੈਠ ਕੇ ਖਾਣ। ਉਹ ਉਹਨਾਂ ਸਭ ਚੀਜ਼ਾਂ ਵਿੱਚੋਂ ਖਾਣ ਜੋ ਉਹਨਾਂ ਦੀ ਸਥਾਪਨਾ ਸਮੇਂ ਪ੍ਰਾਸ਼ਚਿਤ ਦੇ ਵੱਲੋਂ ਵਰਤੀਆਂ ਗਈਆਂ ਸਨ। ਪਰ ਉਹ ਚੀਜ਼ਾਂ ਕੇਵਲ ਪੁਰੋਹਿਤ ਹੀ ਖਾ ਸਕਦੇ ਹਨ, ਕਿਉਂਕਿ ਉਹ ਪਵਿੱਤਰ ਹਨ। ਪਰ ਜੇਕਰ ਉਹ ਉਸ ਮਾਸ ਜਾਂ ਰੋਟੀ ਵਿੱਚੋਂ ਕੁਝ ਪਿੱਛੇ ਸਵੇਰ ਤੱਕ ਬਚ ਜਾਵੇ ਤਾਂ ਉਹ ਵਰਤਿਆ ਨਾ ਜਾਵੇ, ਸਗੋਂ ਸਾੜ ਦਿੱਤਾ ਜਾਵੇ, ਕਿਉਂਕਿ ਉਹ ਪਵਿੱਤਰ ਹੈ। ਤੂੰ ਇਹ ਥਾਪਨਾ ਦੀ ਰਸਮ ਹਰੂਨ ਅਤੇ ਉਸਦੇ ਪੁੱਤਰਾਂ ਲਈ ਠੀਕ ਮੇਰੇ ਦੱਸੇ ਅਨੁਸਾਰ ਕਰੀ। ਇਹ ਰਸਮ 7 ਦਿਨਾਂ ਤੱਕ ਚੱਲਦੀ ਰਹੇ।
ਹਰ ਦਿਨ ਤੂੰ ਪਾਪ ਬਲੀ ਵੱਲੋਂ ਇੱਕ ਬਲਦ ਬਲੀ ਕਰੀ, ਜਿਸ ਨਾਲ ਵੇਦੀ ਪਵਿੱਤਰ ਹੋਵੇਗੀ। ਤੂੰ ਵੇਦੀ ਤੇ ਤੇਲ ਚੁਆ ਕੇ ਉਸ ਨੂੰ ਹਰ ਦਿਨ ਪਵਿੱਤਰ ਕਰੀ। 7 ਦਿਨਾਂ ਤੱਕ ਤੂੰ ਵੇਦੀ ਦੇ ਲਈ ਪ੍ਰਾਸ਼ਚਿਤ ਦੀ ਬਲੀ ਚੜਾ ਕੇ ਉਸ ਨੂੰ ਪਵਿੱਤਰ ਕਰੀ, ਤਾਂ ਇਹ ਅਤ ਪਵਿੱਤਰ ਹੋਵੇਗੀ। ਜੋ ਕੋਈ ਉਸ ਨੂੰ ਛੂਹੇਗਾ ਉਸ ਦੀ ਹਾਨੀ ਹੋਵੇਗੀ। ਹਾਨੀ। ਆਮੀਨ। ਸੋ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਇਹ ਦੇਖਦੇ ਪਏ ਕਿ ਸਾਰੀਆਂ ਚੀਜ਼ਾਂ ਦੀ ਸੰਸਥਾਪਨਾ ਹੋ ਰਹੀ ਹੈ। ਸੋ ਬੇਸਿਕਲੀ ਸਾਰੀ ਕੌਮ ਇੱਕ ਹਫਤਾ ਇਹਨਾਂ ਚੀਜ਼ਾਂ ਨੂੰ ਦੇਖਦੀ ਪਈ ਆ ਕਿ ਪ੍ਰਭੂ ਨੇ ਪ੍ਰੋਤਾਂ ਦੀ ਸੰਸਥਾਪਨਾ ਕੀਤੀ ਆ। ਪ੍ਰਭੂ ਨੇ ਲੇਵੀ ਖਾਨਦਾਨ ਚੁਣਿਆ, ਉਹਨਾਂ ਨੂੰ ਪ੍ਰੋਹਤ ਬਣਾਇਆ, ਔਰ ਉਸ ਤੋਂ ਬਾਅਦ ਜਿਸ ਵੇਲੇ ਮੂਸਾ ਸਾਰੀਆਂ ਇਹਨਾਂ ਚੀਜ਼ਾਂ ਨੂੰ ਕਰਦਾ ਪਿਆ, ਇਹ ਐਕਚੁਅਲੀ ਲੋਕਾਂ ਦੇ ਦੇਖਣ ਦੇ ਲਈ ਆ ਕਿ ਇਹ ਜਿਹੜਾ ਤੰਬੂ ਬਣਦਾ ਪਿਆ, ਇਹ ਜਿਹੜਾ ਸਾਰਾ ਕੁਝ ਹੈ, ਇਹ ਪ੍ਰਭੂ ਦਾ ਹੈ। ਇੱਥੇ ਪਵਿੱਤਰਤਾ ਜ਼ਰੂਰੀ ਆ, ਇੱਥੇ ਹੋਲੀਨੈਸ ਜ਼ਰੂਰੀ ਆ। ਜਿਹੜਾ ਵੀ ਇਸ ਘਰ ਦੇ ਵਿੱਚ ਐਂਟਰ ਕਰਦਾ, ਉਹਦੀ ਪਵਿੱਤਰਤਾ ਜ਼ਰੂਰੀ ਆ। ਪ੍ਰਭੂ ਦੀ ਜਿਹੜਾ ਰਿਲੇਸ਼ਨਸ਼ਿਪ ਆ, ਉਸ ਦੇ ਵਿੱਚ ਇੱਕ ਪਵਿੱਤਰਤਾ ਹੋਣੀ ਚਾਹੀਦੀ। ਇਹ ਸਾਰੀਆਂ ਚੀਜ਼ਾਂ ਕੌਮ ਲਗਾਤਾਰ ਦੇਖਦੀ ਪਈ ਆ। 7 ਦਿਨ ਉਹ ਲਗਾਤਾਰ ਇਹਨਾਂ ਚੀਜ਼ਾਂ ਦੇ ਵਿੱਚ ਦੀ ਗੁਜ਼ਰਨਗੇ, ਔਰ ਫਿਰ ਇੱਕ ਤਰ੍ਹਾਂ ਦੀ ਇਹ ਸਾਰੀ ਚੀਜ਼ ਉਹਨਾਂ ਦੇ ਬ੍ਰੇਨ ਦੇ ਵਿੱਚ ਬੈਠ ਜਾਏਗੀ ਕਿ ਇਹ ਪ੍ਰਭੂ ਦੇ ਲਈ ਆ, ਇਹ ਪ੍ਰਭੂ ਦਾ ਘਰ ਆ, ਇੱਥੇ ਪ੍ਰਭੂ ਆਪਣੀ ਹਜ਼ੂਰੀ ਦੇ ਵਿੱਚ ਸਾਡੇ ਨਾਲ ਆ। ਅਸੀਂ ਆਪਣੇ ਪ੍ਰਭੂ ਤੋਂ ਬਗੈਰ ਨਹੀਂ, ਪਰ ਇਸ ਦੀ ਪਵਿੱਤਰਤਾ ਜ਼ਰੂਰੀ ਹੈ। ਇਸ ਦੀ ਪਵਿੱਤਰਤਾ ਬਹੁਤ ਜ਼ਰੂਰੀ ਹੈ। ਸੋ ਇਹ ਸਾਰੀਆਂ ਚੀਜ਼ਾਂ ਕੌਮ ਦੇ ਸਾਹਮਣੇ 2 ਕਾਰਨ। ਸਭ ਤੋਂ ਪਹਿਲਾਂ ਕਿ ਮੇਰੇ ਪ੍ਰੋਹਤ ਕੌਣ। ਅਗਰ ਕੋਈ ਹੋਰ ਹੁੰਦਾ ਤੇ ਉਹ ਸਭ ਕੁਝ ਮੂਸਾ ਨੇ ਸਾਂਭ ਕੇ ਬਹਿ ਜਾਣਾ ਸੀ, ਲੇਕਿਨ ਪ੍ਰਭੂ ਨੇ ਦੇਖੋ ਜਿਹੜਾ ਕੰਮ ਮੂਸਾ ਲਈ ਰੱਖਿਆ ਸੀ ਉਹ ਮੂਸਾ ਤੋਂ ਕਰਾਇਆ, ਲੇਕਿਨ ਉਸਨੇ ਕੌਮ ਨੂੰ ਮੂਸਾ ਦੇ ਉੱਤੇ ਡਿਪੈਂਡੈਂਟ ਨਹੀਂ ਹੋਣ ਦਿੱਤਾ। ਉਸਨੇ ਉਹਨਾਂ ਦੇ ਵਿੱਚੋਂ ਹੀ ਲੋਕ ਚੁਣੇ, ਉਹਨਾਂ ਦੇ ਵਿੱਚੋਂ ਹੀ ਪ੍ਰਭੂ ਨੇ ਲੋਕਾਂ ਨੂੰ ਬਰਕਤ ਦਿੱਤੀ ਆ। ਔਰ ਸਭ ਤੋਂ ਪਹਿਲਾਂ ਜਿਹੜਾ ਕੰਮ ਪ੍ਰਭੂ ਨੇ ਕੀਤਾ ਉਹ ਪ੍ਰੋਤਾਂ ਦੀ ਸੰਸਥਾਪਨਾ ਕੀਤੀ। ਔਰ ਪ੍ਰਭੂ ਨੇ ਉਸ ਨੂੰ ਦੱਸਿਆ ਕਿ ਮੈਂ ਤੁਹਾਡੇ ਵਿਚਕਾਰ ਰਹੂੰਗਾ, ਮੈਂ ਤੁਹਾਡੇ ਨਾਲ ਰਹੂੰਗਾ, ਇਹ ਸਾਰੀ ਯਾਤਰਾ ਦੇ ਵਿੱਚ ਮੈਂ ਤੁਹਾਡੇ ਨਾਲ ਹੋਊਂਗਾ, ਮੈਂ ਤੁਹਾਡੀ ਰਾਖੀ ਕਰੂੰਗਾ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਦੇਖੋ ਕਿ ਉਹ ਜਿਹੜਾ ਉਹ ਪ੍ਰੋਵੀਜ਼ਨ ਹੋਏਗਾ, ਮੈਂ ਤੁਹਾਨੂੰ ਪ੍ਰੋਵਾਈਡ ਕਰੂੰਗਾ। ਸੋ ਇਹ ਰੋਟੀ ਸਿਰਫ ਪ੍ਰੋਹਤ ਖਾ ਸਕਦੇ ਕਿਉਂਕਿ ਉਹ ਪ੍ਰਭੂ ਦੇ ਸਾਹਮਣੇ ਅਰਪਿਤ ਕੀਤੀ ਗਈ ਹੈ। ਔਰ ਇੰਨਾ ਜ਼ਿਆਦਾ ਇੰਨੇ ਪ੍ਰੋਸੈਸ ਦੇ ਵਿੱਚੋਂ ਜਿਹੜੇ ਨਿਕਲੇ ਆ ਉਹ ਸਿਰਫ ਹਾਰੂਨ ਤੇ ਉਸਦੇ ਪੁੱਤਰ ਨਿਕਲੇ ਆ। ਤੇ ਪਹਿਲਾਂ ਉਹਨਾਂ ਨੇ ਬਲੀਆਂ ਦਿੱਤੀਆਂ, ਬਲੀਆਂ ਦੇ ਕੇ ਉਹਨਾਂ ਨੂੰ ਵੱਖਰੇ ਕੀਤਾ, ਵੱਖਰੇ ਕਰਕੇ ਉਹਨਾਂ ਨੂੰ ਸਪੈਸ਼ਲ ਕੱਪੜੇ ਪਾਉਣੇ ਪੈਂਦੇ ਆ। ਫਿਰ ਉੱਥੇ ਅੰਦਰ ਜਿਸਲੇ ਜਾਂਦੇ ਉੱਥੇ ਉਹਨਾਂ ਨੂੰ ਫੂਕ ਕੇ ਪੈਰ ਰੱਖਣੇ ਪੈਂਦੇ ਆ। ਵਿਧੀ ਵਿਧਾਨ ਦੇ ਨਾਲ ਉਹਨਾਂ ਨੂੰ ਸਾਰਾ ਕੁਝ ਕਰਨਾ ਪੈਂਦਾ। ਵਿਧੀ ਵਿਧਾਨ ਦੇ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਸੋ ਲੋਕ 2 ਚੀਜ਼ਾਂ ਨੂੰ ਵੱਖਰਾ ਕਰ ਸਕਣ। ਇਹ ਪ੍ਰਭੂ ਦੇ ਸਾਹਮਣੇ ਚੜਾਈਆਂ ਚੀਜ਼ਾਂ ਇਹ ਪ੍ਰੋਤਾਂ ਨੂੰ ਦਿੱਤੀਆਂ ਗਈਆਂ, ਇਹ ਸਾਡੇ ਲਈ ਨਹੀਂ। ਉਹਨਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਵੀ ਆ ਜਿਹੜੀਆਂ ਉਹ ਵੀ ਨਹੀਂ ਖਾ ਸਕਦੇ, ਔਰ ਪ੍ਰਭੂ ਨੇ ਉਹਨਾਂ ਦੇ ਲਈ ਇਹ ਕਹੀ ਕਿ ਤੁਸੀਂ ਉਹਨਾਂ ਨੂੰ ਬਲੀ ਦੇ ਵਿੱਚ ਸਾੜ ਦੇਣਾ, ਉਹ ਮੇਰੇ ਲਈ ਹੋਏਗਾ। ਸੋ ਇਹਨਾਂ ਚੀਜ਼ਾਂ ਦਾ ਜਿਸ ਵੇਲੇ ਹੁਣ ਪ੍ਰਭੂ ਨੇ ਅੱਗੇ ਜਾ ਕੇ ਸਾਨੂੰ ਦੱਸਣਾ, ਜਿਸ ਲਈ ਅਸੀਂ ਪ੍ਰਭੂ ਦੇ ਵਚਨ ਚ ਤੁਰੇ ਜਾਣਾ, ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰਭੂ ਨੇ ਇੱਕ ਵਾਰੀ ਫੇਰ ਸਾਡੇ ਲਈ ਖੋਲਣਾ। ਫਿਰ ਉੱਥੇ ਜਾ ਕੇ ਅਸੀਂ ਦੇਖਾਂਗੇ। ਹੁਣ ਉੱਥੇ ਹਰ ਦਿਨ ਦੀਆਂ ਜਿਹੜੀਆਂ
ਬਲੀਆਂ ਉਹ ਸ਼ੁਰੂ ਹੋ ਗਈਆਂ ਕਿ ਹਰ ਦਿਨ ਤੁਸੀਂ ਕਿੱਦਾਂ ਦੀ ਬਲੀ ਦੇਣੀ ਆ, ਫਿਰ ਤੁਸੀਂ ਧੂਫ ਦਿਖਾਉਣ ਵਾਲੀ ਬੇਦੀ ਦਾ ਔਰ ਜਿਹੜਾ ਤੇਲ ਬਣਾਉਣਾ ਉਹ ਕਿੱਦਾਂ ਦਾ ਹੋਣਾ ਚਾਹੀਦਾ, ਉਹ ਸਾਰੀਆਂ ਚੀਜ਼ਾਂ ਹੁਣ ਅਸੀਂ ਦੇਖਾਂਗੇ ਸਟੈਪ ਬਾਏ ਸਟੈਪ। ਸੋ ਕੋਈ ਜਾਣਾ ਪੜੇ ਇਸ ਦੀ 38 ਤੋਂ ਲੈ ਕੇ 38 ਤੋਂ ਲੈ ਕੇ ਚੈਪਟਰ ਦੇ ਐਂਡ ਤੱਕ 46 ਆਇਤ ਤੱਕ। ਤੂੰ ਹਰ ਦਿਨ 2 ਸਾਲ ਦੇ ਲੇਲੇ ਮੇਰੇ ਸਾਹਮਣੇ ਭੇਂਟ ਵੀ ਕਰੀ। ਇੱਕ ਲੇਲਾ ਸਵੇਰ ਵੇਲੇ ਭੇਂਟ ਕਰੀ ਅਤੇ ਦੂਜਾ ਤਰਕਾਰਾਂ ਵੇਲੇ। ਪਹਿਲੇ ਲੇਲੇ ਨਾਲ ਤੂੰ 2 ਸੇਰ ਦੇ ਲਗਭਗ ਮੈਦਾ, 1 ਸੇਰ ਸ਼ੁੱਧ ਤੇਲ, 1 ਸੇਰ ਦਾਖਸਾਰ ਚੜਾਵੀਂ। ਤਰਕਾਰਾਂ ਦੇ ਵੇਲੇ ਦੂਜੇ ਲੇਲੇ ਦੀ ਭੇਂਟ ਨਾਲ ਵੀ ਤੂੰ ਮੈਦਾ, ਤੇਲ ਅਤੇ ਦਾਖਸਾਰ ਸਵੇਰੇ ਜਿੰਨੀ ਚੜਾਵੀਂ, ਜੋ ਮੇਰੇ ਸਾਹਮਣੇ ਭੋਜ ਦੀ ਭੇਂਟ ਠਹਿਰੇਗੀ, ਜਿਸ ਦੀ ਸੁਗੰਧ ਮੈਨੂੰ ਪਸੰਦ ਹੈ। ਇਹ ਹੋਮ ਦੀ ਬਲੀ ਪੀੜ੍ਹੀਓ ਪੀੜ੍ਹੀ ਤੁਸੀਂ ਮੇਰੇ ਸਾਹਮਣੇ ਤੰਬੂ ਦੇ ਬੂਹੇ ਅੱਗੇ ਚੜਾਉਣਾ, ਜਿੱਥੇ ਮੈਂ ਆਪਣੇ ਲੋਕਾਂ ਨੂੰ ਮਿਲਿਆ ਕਰਾਂਗਾ। ਉੱਥੇ ਹੀ ਮੈਂ ਇਸਰਾਏਲ ਦੇ ਲੋਕਾਂ ਨੂੰ ਮਿਲਣ ਸਮੇਂ ਆਪਣੇ ਤੇਜ ਪ੍ਰਤਾਪ ਨਾਲ ਉਸ ਥਾਂ ਨੂੰ ਪਵਿੱਤਰ ਕਰਾਂਗਾ। ਮੈਂ ਸੰਗਤ ਦੇ ਤੰਬੂ ਅਤੇ ਬੇਦੀ ਨੂੰ ਪਵਿੱਤਰ ਕਰਾਂਗਾ। ਮੈਂ ਹਾਰੂਨ ਅਤੇ ਉਸਦੇ ਪੁੱਤਰਾਂ ਸਮੇਤ ਵੱਖ ਕਰਾਂਗਾ ਕਿ ਉਹ ਮੇਰੀ ਸੇਵਾ ਕਰਨ। ਮੈਂ ਇਸਰਾਏਲ ਦੇ ਲੋਕਾਂ ਵਿਚਕਾਰ ਰਹਾਂਗਾ ਅਤੇ ਮੈਂ ਹੀ ਉਹਨਾਂ ਦਾ ਪਰਮੇਸ਼ਰ ਹੋਵਾਂਗਾ। ਤਦ ਉਹ ਜਾਣਨਗੇ ਕਿ ਮੈਂ ਉਹਨਾਂ ਦਾ ਪ੍ਰਭੂ ਪਰਮੇਸ਼ਰ ਹਾਂ, ਜੋ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ ਕੱਢ ਕੇ ਲਿਆਇਆ ਸਾਂ, ਕਿ ਮੈਂ ਉਹਨਾਂ ਦੇ ਸੰਗ ਰਹਾਂ ਅਤੇ ਉਹਨਾਂ ਦਾ ਪ੍ਰਭੂ ਪਰਮੇਸ਼ਰ ਹੋਵਾਂ। ਪਰਮੇਸ਼ਰ ਹੈ। ਸੋ ਦੇਖੋ, ਕਹਿਣ ਵਾਲਾ ਕਹੇਗਾ ਕਿ ਜੀ ਇਹ ਤਾਂ ਵੇਸਟ ਆ। ਇੱਕ ਲੇਲਾ, ਮੈਦਾ, ਤੇਲ, ਦਾਖਸਾਰ, ਜਿਸ ਨੂੰ ਸੁਬਹ ਔਰ ਸ਼ਾਮ ਵੇਦੀ ਦੇ ਉੱਤੇ ਸਾੜਿਆ ਜਾਂਦਾ। ਇਟ ਇਜ਼ ਨਾਟ ਵੇਸਟ। ਇਹ ਉਹਨਾਂ ਨੂੰ ਇਹ ਦਰਸਾਉਂਦਾ ਪਿਆ ਕਿ ਇਹ ਜਿਹੜੀ ਸੁਬਹ ਦੀ ਭੇਂਟ ਅਸੀਂ ਦਿੱਤੀ ਆ, ਸਾਡੇ ਪ੍ਰਭੂ ਪਰਮੇਸ਼ਰ ਨੇ ਇਸ ਨੂੰ ਸਵੀਕਾਰ ਕੀਤਾ। ਜਦੋਂ ਆਪਣੇ ਤੇਜ ਦੇ ਵਿੱਚ ਉੱਥੇ ਆਉਂਦਾ ਆ, ਜਦੋਂ ਤੇਜ ਦੇ ਨਾਲ ਆਪਣੇ ਦੇ ਨਾਲ ਆਉਂਦਾ ਆ, ਤਾਂ ਜਿਹੜੇ ਲੋਕ ਆ ਉਹ ਮਹਿਸੂਸ ਕਰ ਸਕਦੇ ਨੇ ਸਾਡਾ ਪ੍ਰਭੂ ਸਾਡੇ ਨਾਲ। ਸੋ ਉਹ ਆਪਣੀ ਸਾਰੇ ਦਿਨ ਦੇ ਸਾਰੇ ਕੰਮ ਕਰਕੇ ਸਵੇਰੇ ਔਰ ਸ਼ਾਮ ਦੀ ਜਿਹੜੀ ਉੱਥੇ ਬਲੀ ਚੜ੍ਹਦੀ ਆ, ਸਾਰੇ ਉੱਥੇ ਜਾਂਦੇ ਆ, ਸਾਰੇ ਉੱਥੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਂਦੇ ਆ, ਕਿਉਂਕਿ ਪ੍ਰਭੂ ਉਹਨਾਂ ਨੇ ਆਪਣੇ ਆਪ ਹਾਲੇ ਤੱਕ ਕੱਖ ਨਹੀਂ ਕੀਤਾ। ਉੱਥੋਂ ਮਿਸਰ ਦੇ ਵਿੱਚ ਲੈ ਕੇ ਵੀ ਪ੍ਰਭੂ ਹੀ ਉਹਨਾਂ ਨੂੰ ਗਿਆ। ਮਿਸਰ ਦੇ ਵਿੱਚ ਵਧਾਇਆ ਵੀ ਪ੍ਰਭੂ ਨੇ ਉਹਨਾਂ ਨੂੰ। ਮਿਸਰ ਦੇ ਵਿੱਚ 10 ਤਰ੍ਹਾਂ ਦੀਆਂ ਬੜਾਵਾਂ ਲਿਆ ਕੇ ਪ੍ਰਭੂ ਉਹਨਾਂ ਨੂੰ ਉੱਥੋਂ ਕੱਢ ਕੇ ਲੈ ਕੇ ਆਇਆ, ਔਰ ਖਾਲੀ ਹੱਥੀ ਨਹੀਂ, ਬਹੁਤ ਸਾਰੇ ਮਾਲ ਮੱਤੇ ਦੇ ਨਾਲ ਲੈ ਕੇ ਆਇਆ, ਭੇਡਾਂ ਬੱਕਰੀਆਂ ਦੇ ਨਾਲ ਲੈ ਕੇ ਆਇਆ। ਉਹਨਾਂ ਕੋ ਗਧੇ, ਉਹਨਾਂ ਕੋ ਊਂਠ ਤੱਕ ਵੀ। ਪ੍ਰਭੂ ਉਹਨਾਂ ਨੂੰ ਉੱਥੋਂ ਕੱਢ ਕੇ ਲੈ ਕੇ ਆਇਆ। ਫਿਰ ਉਸਨੇ ਲਾਲ ਸਾਗਰ ਦੇ ਵਿੱਚੋਂ ਦੀ ਉਹਨਾਂ ਨੂੰ ਕੱਢਿਆ ਸਾਰਿਆਂ ਨੂੰ, ਔਰ ਫਿਰ ਰਸਤੇ ਦੇ ਵਿੱਚ ਉਹਨਾਂ ਨੂੰ ਮੰਨਾ ਔਰ ਉਹਨਾਂ ਨੂੰ ਹਰ ਰੋਜ਼ ਖਾਣ ਦੇ ਲਈ ਮਾਸ ਮਿਲਦਾ। 40 ਸਾਲ। Isn't that amazing? ਕਿ ਪ੍ਰਭੂ ਆਪਣਿਆਂ ਲੋਕਾਂ ਦੇ ਨਾਲ ਐਡੀ ਵੱਡੀ ਹਜ਼ੂਰੀ ਦੇ ਨਾਲ ਬੈਠਾ, ਐਡੀ ਵੱਡੀ ਹਜ਼ੂਰੀ ਦੇ ਨਾਲ ਚੱਲਦਾ। ਜਿਸ ਲਈ ਮਿਸਰੀਆਂ ਨੇ ਉਹਨਾਂ ਤੇ ਹਮਲਾ ਕੀਤਾ, ਤੇ ਉੱਥੇ ਦੱਸਦਾ ਕਿ ਪ੍ਰਭੂ ਦਾ ਫਰਿਸ਼ਤਾ ਔਰ ਅੱਗ ਦਾ ਖੰਭਾ ਉਹ ਪਿੱਛੇ ਜਾ ਕੇ ਖੜੇ ਹੋ ਗਏ, ਔਰ ਮਿਸਰੀ ਅੱਗੇ ਨਹੀਂ ਆ ਸਕੇ। ਸੋ ਇਹਨਾਂ ਲੋਕਾਂ ਨੇ ਆਪਣੀਆਂ ਅੱਖਾਂ ਦੇ ਨਾਲ ਸਾਰੀਆਂ ਚੀਜ਼ਾਂ ਦੇਖੀਆਂ, ਇਹਨਾਂ ਨੇ ਸਭ ਕੁਝ ਦੇਖਿਆ। ਅਗਰ ਕਿਸੇ ਵੱਡੇ ਗਰੁੱਪ ਨੇ ਪ੍ਰਭੂ ਦੇ ਮਹਾਨ ਮਿਰਾਕਲ ਦੇਖਿਆ ਤਾਂ ਇਹ ਲੋਕ ਇਹ ਸਭ ਕੁਝ ਜਿਹੜਾ ਹੋ ਰਿਹਾ, ਤੰਬੂ ਦੀ ਬਣਾਵਟ, ਪ੍ਰਭੂ ਦੇ ਸੇਵਾ ਕਰਨ ਦੇ ਲਈ ਲੋਕਾਂ ਨੂੰ ਵੱਖਰੇ ਕੀਤੇ ਜਾਣਾ, ਔਰ ਇਹ ਸਾਰੇ ਚੜਾਵੇ ਚੜਾਉਣਾ, ਇਹ ਸਿਰਫ ਇਸ ਚੀਜ਼ ਦੇ ਲਈ ਆ ਕਿ ਪ੍ਰਭੂ ਸਾਡੇ ਵਿਚਕਾਰ, ਸਾਡਾ ਪ੍ਰਭੂ ਪਰਮੇਸ਼ਵਰ ਸਾਡੇ
ਵਿਚਕਾਰ ਆ, ਅਸੀਂ ਇਕੱਲੇ ਨਹੀਂ, ਸਾਡਾ ਬਚਾਓ ਸਾਡੇ ਨਾਲ। ਸੋ ਇਹਨਾਂ ਚੀਜ਼ਾਂ ਨੂੰ ਜਿਸਲੇ ਅਸੀਂ ਦੇਖਦੇ ਹਾਂ, ਪ੍ਰਭੂ ਦੀ ਹਜ਼ੂਰੀ ਨੂੰ ਦੇਖਦੇ ਹਾਂ ਔਰ ਇਹਨਾਂ ਲੋਕਾਂ ਨੂੰ ਦੇਖਦੇ ਹਾਂ, ਤਾਂ ਕਿਸ ਤਰ੍ਹਾਂ ਹਰ ਇੱਕ ਚੀਜ਼ ਜੋ ਪ੍ਰਭੂ ਨੇ ਅਬਰਾਹਮ ਨੂੰ ਕਹੀ ਸੀ, ਇਸਹਾਕ ਨੂੰ ਕਹੀ ਸੀ, ਯਾਕੂਬ ਨੂੰ ਕਹੀ ਸੀ, ਪ੍ਰਭੂ ਉਹ ਸਾਰੀਆਂ ਚੀਜ਼ਾਂ ਪੂਰੀਆਂ ਕਰਦਾ ਪਿਆ। ਔਰ ਇਸ ਵੇਲੇ ਆਪਣੇ ਤੇਜ ਔਰ ਆਪਣੇ ਪ੍ਰਤਾਪ ਦੇ ਨਾਲ ਉਹ ਆਪਣੇ ਲੋਕਾਂ ਦੇ ਵਿਚਕਾਰ। ਸੋ ਇਹਨਾਂ ਚੀਜ਼ਾਂ ਨੂੰ ਅਸੀਂ ਦੇਖਦੇ ਪਏ ਹਾਂ। ਆਓ ਅਸੀਂ ਇੱਕ ਹੋਰ ਹਿੱਸਾ ਪੜ੍ਹਦੇ ਹਾਂ, ਧੂਫ ਦਿਖਾਉਣ ਵਾਲੀ ਬੇਦੀ, ਔਰ ਉਸਦੇ ਵਿੱਚ ਪ੍ਰਭੂ ਨੇ ਉਹਨਾਂ ਨੂੰ ਖਾਸ ਹਦਾਇਤ ਦਿੱਤੀ, ਜਿਹੜੀ ਅਸੀਂ ਆਲਰੇਡੀ ਜਿਹਦੇ ਬਾਰੇ ਮੂਵੀ ਚ ਦੇਖ ਚੁੱਕੇ ਹਾਂ ਕਿ ਉਹਨਾਂ ਨੇ ਕਿੱਦਾਂ ਬਣਾਈ। ਸੋ ਚੈਪਟਰ 30 ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ, ਉਸਦੀ 1 ਆਇਤ ਤੋਂ ਲੈ ਕੇ 10 ਆਇਤ ਤੱਕ। ਮੈਂ ਪੜ੍ਹਦੀ ਹਾਂ ਪਾਸਟਰ ਜੀ। ਹਾਂਜੀ। ਧੂਪ ਦਿਖਾਉਣ ਲਈ ਬੇਦੀ। ਧੂਪ ਕਿੱਕਰ ਦੀ ਲੱਕੜ ਤੋਂ ਧੂਪ ਦਿਖਾਉਣ ਲਈ ਇੱਕ ਬੇਦੀ ਬਣਾਉਣਾ। ਇਹ ਚੌਰਸ ਹੋਵੇ, 45 ਸੈਂਟੀਮੀਟਰ ਲੰਮੀ ਅਤੇ 45 ਸੈਂਟੀਮੀਟਰ ਚੌੜੀ। ਇਸ ਦੀ ਉਚਾਈ 90 ਸੈਂਟੀਮੀਟਰ ਰੱਖੀ ਅਤੇ ਇਸ ਦੇ ਸਿੰਗ ਇਸ ਲੱਕੜੀ ਦੇ ਵਿੱਚੋਂ ਖੜੇ ਹੋਣ। ਤੂੰ ਇਸ ਨੂੰ ਸ਼ੁੱਧ ਸੋਨੇ ਨਾਲ ਮੜੀ, ਇੱਥੋਂ ਤੱਕ ਕਿ ਇਸ ਦੇ ਉੱਪਰਲੇ ਹਿੱਸੇ ਅਤੇ ਸਿੰਗਾਂ ਨੂੰ ਵੀ। ਉੱਪਰਲੇ ਪਾਸੇ ਕੰਢਿਆਂ ਦੇ ਨਾਲ ਸੋਨੇ ਦੀ ਹੀ ਇੱਕ ਬਨੇਰੀ ਵੀ ਬਣਾਵੀਂ। ਉਸ ਦੇ ਦੋਹੀਂ ਪਾਸੇ ਬਨੇਰੀ ਦੇ ਹੇਠ ਸੋਨੇ ਦੇ ਹੀ 2 ਕੜੇ ਬਣਾ ਕੇ ਲਾਵੀਂ। ਇਹ ਕੜੇ ਇਸ ਨੂੰ ਚੁੱਕਣ ਵਾਲੀਆਂ ਚੋਬਾਂ ਦੇ ਪਾਉਣ ਲਈ ਹੋਣਗੇ। ਇਸ ਦੀਆਂ ਚੋਬਾਂ ਵੀ ਤੋਂ ਕਿੱਕਰ ਦੀ ਲੱਕੜੀ ਦੀਆਂ ਬਣਾਈ ਅਤੇ ਉਹਨਾਂ ਨੂੰ ਵੀ ਸੋਨੇ ਨਾਲ ਮੜ ਦੇਵੀਂ। ਇਸ ਬੇਦੀ ਨੂੰ ਤੂੰ ਉਸ ਪਰਦੇ ਦੇ ਬਾਹਰਲੇ ਪਾਸੇ ਰੱਖੀ ਜੋ ਨੇਮ ਦੇ ਸੰਦੂਕ ਅੱਗੇ ਲਟਕਦਾ ਹੈ। ਇੱਥੇ ਹੀ ਮੈਂ ਤੈਨੂੰ ਮਿਲਿਆ ਕਰਾਂਗਾ। ਹਾਰੂਨ ਹਰ ਸਵੇਰ ਵੇਲੇ ਜਦੋਂ ਦੀਵਿਆਂ ਨੂੰ ਠੀਕ ਕਰਨ ਆਵੇ ਤਾਂ ਇਸ ਵਿੱਚ ਸੁਗੰਧੀ ਧਗਾਵੇ। ਇਸੇ ਤਰ੍ਹਾਂ ਉਹ ਤਰਕਾਲਾਂ ਦੇ ਵੇਲੇ ਵੀ ਕਰੇ। ਇਹ ਪ੍ਰਭੂ ਅੱਗੇ ਧੂਪ ਦਿਖਾਉਣ ਦੀ ਰਸਮ ਵੀ ਪੀੜ੍ਹੀਓਂ ਪੀੜ੍ਹੀ ਚੱਲਦੀ ਰਹੇ। ਤੁਸੀਂ ਇਸ ਬੇਦੀ ਤੇ ਨਾ ਕੋਈ ਮਨਾ ਕੀਤੀ ਧੂਪ, ਨਾ ਹੋਮ ਦੀ ਭੇਟ, ਨਾ ਭੋਜ, ਨਾ ਹੀ ਪੀਣ ਵਾਲੀ ਦੀ ਭੇਟ ਚੜਾਉਣਾ। ਹਾਰੂਨ ਹਰ ਸਾਲ ਪਾਪ ਬਲੀ ਦਾ ਲਹੂ ਬੇਦੀ ਦੇ ਸਿੰਗਾਂ ਤੇ ਲਾ ਕੇ ਇਸ ਨੂੰ ਪਵਿੱਤਰ ਕਰੇਗਾ। ਇਹ ਰਸਮ ਵੀ ਤੁਹਾਡੇ ਵਿੱਚ ਪੀੜ੍ਹੀਓਂ ਪੀੜ੍ਹੀ ਚੱਲਦੀ ਰਹੇ। ਇਹ ਬੇਦੀ ਮੇਰੇ ਲਈ ਬਹੁਤ ਪਵਿੱਤਰ ਹੈ। ਆਮੀਨ। ਆਮੀਨ। ਸੋ ਹੁਣ ਜਿਹੜੀ ਧੂਫ ਦਿਖਾਉਣ ਦੀ ਜਿਹੜੀ ਬੇਦੀ ਹੈ, ਜਿਹੜੀ ਅੰਦਰ ਰੱਖੀ ਗਈ ਹੈ, ਪਵਿੱਤਰ ਜਗ੍ਹਾ ਤੇ ਜਿਹੜੀ ਰੱਖੀ ਹੋਈ ਆ, ਇਸ ਤੋਂ ਪਹਿਲਾਂ ਕਿ ਅੰਦਰ ਐਂਟਰ ਕਰਨ, ਅਤ ਪਵਿੱਤਰ ਜਗ੍ਹਾ ਦੇ ਵਿੱਚ ਜਾਣ, ਤੇ ਇਹ ਜਿਹੜੀ ਬੇਦੀ ਉੱਥੇ ਰੱਖੀ ਹੋਈ ਹੈ, ਸੋਨੇ ਦੀ ਬਣੀ ਹੋਈ, ਔਰ ਇਹਦੇ ਉੱਤੇ ਸਿਰਫ ਸਾਲ ਦੇ ਵਿੱਚ 1 ਵਾਰੀ ਹਾਰੂਨ ਜਾਂ ਉਸ ਤੋਂ ਬਾਅਦ ਉਸਦੇ ਪੁੱਤਰ ਇਹਦੇ ਤੇ ਲਹੂ ਦੀ, ਇਹਦੇ ਸਿੰਘਾਂ ਦੇ ਉੱਤੇ ਲਹੂ ਦੀ ਭੇਂਟ ਚੜਾਉਂਦੇ ਸੀ, ਔਰ ਜੋ ਸਾਰੀ ਕੌਮ ਦੇ ਲਈ ਪਾਪਾਂ ਦੇ ਲਈ ਮਾਫੀ ਹੁੰਦੀ ਸੀ, ਔਰ ਇਹ ਹਰ ਸਾਲ ਉਹਨਾਂ ਨੂੰ ਕਰਨਾ ਪੈਂਦਾ ਸੀ। ਸੋ ਇਸ ਬੇਦੀ ਦੇ ਉੱਤੇ ਵੀ ਪ੍ਰਭੂ ਉਸਨੇ ਦੱਸ ਦਿੱਤਾ ਕਿ ਇਸ ਤੇ ਜਿਹੜੀ ਧੂਫ ਦਿਖਾਉਣੀ ਆ, ਉਹ ਕੋਈ ਵੀ ਚੀਜ਼ ਨਹੀਂ ਗਾਂ ਜਾ ਕੇ ਸਾਨੂੰ ਪ੍ਰੋਸੈਸ ਦੱਸਣਾ ਕਿ ਧੂਫ ਕਿੱਦਾਂ ਬਣਨੀ, ਕਿਹੜੀਆਂ ਚੀਜ਼ਾਂ ਪਾਉਣੀਆਂ ਉਹਦੇ ਚ। ਉਹ ਇਹ ਨਹੀਂ ਕਿ ਕੁਛ ਵੀ ਆ ਕੇ ਕੋਈ ਵੀ ਕੁਛ ਧੂਫ ਚੜਾ ਦੇਵੇ। ਇਹਦੇ ਵਿੱਚ ਜੋ ਮੈਂ ਤੁਹਾਨੂੰ ਕਹੂੰਗਾ ਉਹੀ ਧੂਫ ਉਹਦੇ ਵਿੱਚ ਧੂਫ ਚੜਾਉਣੀ, ਤਾਂ ਕਿ ਜਿਸਲੇ ਉਸ ਧੂਫ ਦੀ ਮਹਿਕ ਜਾਏ ਸੁਬਾਹ ਸ਼ਾਮ, ਜਿਸਲੇ ਉਹ ਸਾਰੇ ਏਰੀਏ ਦੇ ਵਿੱਚ ਉਹ ਮਹਿਕ ਫੈਲੇ, ਤਾਂ ਇਹ ਪਤਾ ਲੱਗੇ ਕਿ ਇਹ ਪ੍ਰਭੂ ਦੇ ਘਰ ਤੋਂ ਮਹਿਕ ਆ ਰਹੀ, ਇਹ ਉਸਦੇ ਤੰਬੂ ਦੇ ਵਿੱਚੋਂ ਮਹਿਕ ਆ ਰਹੀ। ਸੋ ਸਾਰੀ ਕੌਮ ਨੂੰ, ਜਿਹੜੇ ਵਿਚਾਰੇ ਆਏ ਹੋ ਆ, ਉੱਥੇ ਦੇਵੀ ਦੇਵਤਿਆਂ ਦੀ ਵੀ ਪੂਜਾ ਹੁੰਦੀ ਸੀ, ਜਿਹੜੇ ਕਨਫਿਊਜ਼ ਆ ਕਿ ਸਾਡਾ ਪ੍ਰਭੂ ਜਿਉਂਦਾ ਵੀ ਆ ਕਿ ਨਹੀਂ, ਹੈਗਾ ਵੀ ਆ ਕਿ ਨਹੀਂ, ਕਿ ਸਿਰਫ ਸਾਡਿਆਂ ਬਜ਼ੁਰਗਾਂ ਦੀਆਂ ਗੱਲਾਂ ਹੀ ਸੀ, ਇਹ ਉਹਨਾਂ ਨੂੰ ਤੁਸੀਂ ਇਹ ਕਹਿ ਲਓ ਕਿ ਇੱਕਦਮ ਸਾਰੀਆਂ ਚੀਜ਼ਾਂ ਉਹਨਾਂ ਦੇ ਦੇਖਣ ਦੇ ਵਿੱਚ ਆ ਰਹੀਆਂ ਕਿ ਪ੍ਰਭੂ ਜਿਉਂਦਾ ਔਰ ਸਾਡੇ ਨਾਲ। ਔਰ ਪ੍ਰਭੂ ਜਿਉਂਦਾ ਤੇ ਸਾਡੇ ਨਾਲ ਨਹੀਂ, ਪ੍ਰਭੂ ਸੁਬਾਹ ਦਾ ਔਰ ਦੁਪਹਿਰ ਦਾ ਔਰ ਸ਼ਾਮ ਦਾ ਉਹਨਾਂ ਨੂੰ ਖਾਣਾ ਵੀ ਦੇ ਰਿਹਾ, ਔਰ ਉਸਦੇ ਨਾਲ ਇੱਕ ਚਟਾਨ ਜਿਹੜੀ ਪਿਛਲੇ ਪਾਸਿਓਂ ਸੁੱਟੀ ਆ ਤੇ ਮੋਹਰਲੇ ਪਾਸਿਓਂ ਉਹ ਚ ਪਾਣੀ ਆ ਰਿਹਾ, ਉਹ ਪੀਣ ਨੂੰ ਵੀ ਦੇ ਰਿਹਾ, ਉਹਨਾਂ ਦੇ ਜਾਨਵਰਾਂ ਨੂੰ ਦੀ ਵੀ ਕੇਅਰ ਕਰਦਾ ਪਿਆ, ਉਹ ਇਹਨਾਂ ਦੇ ਵੀ ਖਾਣ ਨੂੰ ਦੇ ਰਿਹਾ। ਔਰ ਇੱਥੋਂ ਸਾਨੂੰ ਪਤਾ ਲੱਗਦਾ ਪ੍ਰਭੂ ਦੀ ਹਜ਼ੂਰੀ ਦਾ, ਜੋ ਉਹਨਾਂ ਦੇ ਨਾਲ। ਸੋ ਆਓ ਅਸੀਂ ਇੱਕ ਹਿੱਸਾ ਹੋਰ ਪੜ੍ਹ ਸਕਦੇ ਹਾਂ। I think that's enough for today.
ਸੋ ਕੱਲ ਨੂੰ ਮੈਂ ਤੁਹਾਨੂੰ ਵਧੀਆ ਜੀ ਮੂਵੀ ਦਿਖਾਊਂਗਾ ਟੈਬਰਨੈਕਲ ਦੀ, ਪ੍ਰਭੂ ਦੇ ਤੰਬੂ ਦੀ। ਸੋ ਆਓ ਦੁਆ ਕਰੀਏ, ਆਪਣੇ ਆਪ ਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਈਏ, ਕਿਉਂਕਿ ਸਾਡੀ ਕੈਲਗਰੀ ਦੇ ਚਰਚ ਦੀ ਮੀਟਿੰਗ ਸ਼ੁਰੂ ਹੋਣ ਵਾਲੀ ਹੁੰਦੀ ਹੈ। ਸੋ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਸੌਂਪੀਏ। ਪਿਆਰੇ ਪ੍ਰਭੂ, ਤੇਰਾ ਬਹੁਤ ਸ਼ੁਕਰ ਕਰ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ। ਇਹ 70 ਲੋਕ ਜੋ ਖੁਦਾਵੰਦ ਇੱਕ ਵੇਲੇ ਬੱਕਰੀਆਂ ਚਾਰਦੇ ਗਏ ਸੀ, ਔਰ ਅੱਜ ਪ੍ਰਭੂ ਜੀ ਇੱਕ ਵੱਡੀ ਕੌਮ ਬਣ ਕੇ ਬਾਹਰ ਆ ਰਹੇ, ਔਰ ਤੇਰੀ ਹਜ਼ੂਰੀ ਉਹਨਾਂ ਦੇ ਗੱਬੇ। ਪਿਆਰੇ ਪ੍ਰਭੂ, ਕਿਸ ਤਰ੍ਹਾਂ ਦੀ ਉਹ ਜਗ੍ਹਾ ਹੋਏਗੀ, ਕਿਸ ਤਰ੍ਹਾਂ ਦੇ ਉਹ ਲੋਕ ਹੋਣਗੇ, ਕਿੱਦਾਂ ਦੀ ਉਹ ਪ੍ਰਭੂ ਜੀ ਤੇਰੀ ਰਹਿਮ, ਤੇਰੀ ਦਇਆ ਕਿੱਦਾਂ ਦੀ ਉਹਨਾਂ ਦੇ ਆਲੇ ਦੁਆਲੇ ਹੋਏਗੀ। ਇਸ ਨੂੰ ਆਮ ਆਦਮੀ ਨਹੀਂ ਸਮਝ ਸਕਦਾ ਪਿਆਰੇ ਪ੍ਰਭੂ। ਇਸ ਨੂੰ ਉਹੀ ਸਮਝ ਸਕਦਾ ਜਿਸਨੇ ਤੈਨੂੰ ਚੱਖਿਆ ਔਰ ਦੇਖਿਆ ਕਿ ਤੂੰ ਭਲਾ ਹੈ। ਪਿਆਰੇ ਪ੍ਰਭੂ, ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿ ਇਹ ਇਤਿਹਾਸ ਸਾਡਾ ਹੈ। ਅਸੀਂ ਜੋ ਮਸੀਹ ਯਸੂ ਦੇ ਵਿੱਚ ਪੈਦਾ ਹੋਏ ਹਾਂ ਔਰ ਤੇਰੀ ਸੰਤਾਨ ਬਣੇ, ਇਹ ਸਾਡਾ ਇਤਿਹਾਸ, ਇਹ ਸਾਡੀ ਬਰਕਤ ਹੈ, ਜਿਸ ਨੂੰ ਪ੍ਰਭੂ ਜੀ ਅਸੀਂ ਇਹ ਸਾਰੇ ਤੇਰੇ ਵਚਨ ਦੇ ਵਿੱਚ ਦੇਖਦੇ ਪਏ। ਪਿਆਰੇ ਪ੍ਰਭੂ, ਮੈਂ ਆਪਣੇ ਆਪ ਨੂੰ ਔਰ ਆਪਣੇ ਭੈਣਾਂ ਭਰਾਵਾਂ ਨੂੰ, ਆਪਣੀ ਸੰਤਾਨ ਨੂੰ ਔਰ ਇਹਨਾਂ ਦੇ ਬੱਚਿਆਂ ਨੂੰ ਪ੍ਰਭੂ ਜੀ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਦਿੰਦਾ। ਸਭ ਦੇ ਨਾਲ ਪ੍ਰਭੂ ਜੀ ਤੂੰ ਬਣਿਆ ਰਹੀਂ, ਤੇਰੀ ਸਾਂਭ, ਤੇਰੀ ਹਜ਼ੂਰੀ ਪ੍ਰਭੂ ਜੀ ਸਭ ਦੇ ਨਾਲ। ਪਿਆਰੇ ਪ੍ਰਭੂ, ਆਪਣੀ ਸ਼ਾਂਤੀ, ਆਰਾਮ ਔਰ ਆਪਣੀ ਦਇਆ ਦੇ ਨਾਲ ਤੂੰ ਸਾਨੂੰ ਸੰਭਾਲ ਕੇ ਰੱਖੀ, ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖੀ, ਆਪਣੇ ਰਸਤੇ ਤੇ ਜਾਣਾ। ਪਿਆਰੇ ਪ੍ਰਭੂ, ਤੇਰਾ ਰਹਿਮ, ਤੇਰੀ ਦਇਆ ਖਾਸ ਕਰਕੇ ਸਾਡੇ ਬੱਚਿਆਂ ਦੇ ਨਾਲ। ਇਹ ਸਭ ਕੁਝ ਅਸੀਂ ਆਪਣੇ ਪਿਆਰੇ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਹਾਂ ਸਾਰੇ ਭੈਣ ਭਰਾ। ਆਮੀਨ। ਕੱਲ ਨੂੰ ਦੇਖਾਂਗੇ ਇਸ ਤੋਂ ਅੱਗੇ, ਔਰ ਫਿਰ ਦੇਖਾਂਗੇ ਕਿ ਇਹ ਲੋਕ ਜਿਨ੍ਹਾਂ ਦੇ ਲਈ ਪ੍ਰਭੂ ਐਡੇ ਵੱਡੇ ਕੰਮ ਕਰਦਾ ਪਿਆ, ਉਹ ਵੀ ਸਾਡੇ ਵਰਗੇ ਕਮਜ਼ੋਰ ਲੋਕ। ਪ੍ਰਭੂ ਦਾ ਸ਼ੁਕਰ ਹੈ ਕਿ ਸ਼ਕਤੀਮਾਨ ਸਾਡਾ ਪ੍ਰਭੂ। Bless you all. ਪ੍ਰਭੂ ਤੁਹਾਨੂੰ ਬਰਕਤ ਦੇ, ਤੁਹਾਡੇ